Dear students, today we are going to discuss a new topic, that is Newton's third law of motion. फर्स्ट लॉ भी ਅਸੀਂ ਸਟੱਡੀ ਕਰ ਲਿਆ, ਸੈਕੰਡ ਲॉ ਵੀ ਅਸੀਂ ਜਿਹੜਾ ਹੈ ਉਹ ਸਟੱਡੀ ਕਰ ਲਿਆ। ਆਓ ਹੁਣ ਅਸੀਂ ਨਿਊਟਨ ਦਾ ਜਿਹੜਾ ਤੀਸਰਾ ਲॉ ਉਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। What it states? It states that to every action there is always equal and opposite reaction. ਜਦੋਂ ਵੀ ਕੋਈ ਅਸੀਂ ਐਕਸ਼ਨ ਕਰਦੇ ਹਾਂ ਤੇ ਉਹਦਾ ਜਿਹੜਾ ਹੈ ਸਾਨੂੰ ਇਕੁਅਲ ਤੇ ਆਪੋਜਿਟ ਜਿਹੜਾ ਹੈ ਰਿਐਕਸ਼ਨ ਜ਼ਰੂਰ ਮਿਲਦਾ ਹੈ। ਇਟ ਇਜ਼ ਦਾ ਨਿਊਟਨਸ ਥਰਡ ਲਾਅ। ਫॉर ਐਗਜ਼ਾਮਪਲ, ਮੰਨ ਲਓ ਸਾਡੇ ਕੋਲ ਇੱਕ ਬਾਲ ਹੈ। ਜੇ ਅਸੀਂ ਬਾਲ ਨੂੰ ਵਾਲ ਦੇ ਉੱਪਰ ਅਸੀਂ ਮਾਰਦੇ ਹਾਂ, ਅਸੀਂ ਬਾਲ ਉੱਪਰ ਜਿਹੜਾ ਹੈ ਐਕਸ਼ਨ ਕੀਤਾ ਤੇ ਬਾਲ ਜਿਹੜੀ ਹੈ ਵਾਲ ਉੱਪਰ ਵੱਜੀ। ਬਾਅਦ ਵਿੱਚੋਂ ਜਿਹੜੀ ਵਾਲ ਨੇ ਬਾਲ ਉੱਪਰ ਜਿਹੜਾ ਸਾਨੂੰ ਰਿਐਕਸ਼ਨ ਦਿੱਤਾ ਤੇ ਜਿਹੜੀ ਸਾਡੀ ਬਾਲ ਹੈ ਉਥੋਂ ਟੱਕਰ ਖਾ ਕੇ ਜਿਹੜੀ ਵਾਪਸ ਆ ਜਾਂਦੀ ਹੈ। ਜੇ ਅਸੀਂ ਐਕਸ਼ਨ ਕਰਾਂਗੇ ਤੇ ਸਾਨੂੰ ਨਾਲ ਓਨਾ ਹੀ ਜਿਹੜਾ ਹੈ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਜਿਹੜਾ ਹੈ ਇੱਕ ਰਿਐਕਸ਼ਨ ਜਿਹੜਾ ਹੈ ਜ਼ਰੂਰ ਮਿਲੇਗਾ। ਇਟ ਮੀਨਸ ਟੂ ਐਵਰੀ ਐਕਸ਼ਨ देयर इज ऑलवेज ਇਕੁਅਲ ਐਂਡ ਆਪੋਜਿਟ ਰਿਐਕਸ਼ਨ। ਇੱਕ ਹੋਰ ਐਗਜ਼ਾਮਪਲ ਦੇਖੋ, ਜਦੋਂ ਅਸੀਂ ਸਵੀਮਿੰਗ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਆਪਣੇ ਹੈਂਡਸ ਦੇ ਨਾਲ ਵਾਟਰ ਨੂੰ ਪਿੱਛੇ ਨੂੰ ਧੱਕਦੇ ਹਾਂ। ਜਦੋਂ ਅਸੀਂ ਵਾਟਰ ਨੂੰ ਪਿੱਛੇ ਧੱਕਿਆ, ਦੈਟ ਇਜ਼ ਦਾ ਐਕਸ਼ਨ। ਤੇ ਵਾਟਰ ਕੀ ਕਰਦਾ ਹੈ, ਉਹ ਸਾਨੂੰ ਜਿਹੜਾ ਹੈ ਅੱਗੇ ਜਿਹੜਾ ਫਾਰਵਰਡ ਸਾਨੂੰ ਫੋਰਸ ਲਗਾਉਂਦਾ ਹੈ, ਦੈਟ ਇਜ਼ ਦਾ ਰਿਐਕਸ਼ਨ। ਐਕਸ਼ਨ ਦੇ ਨਾਲ ਜਿਹੜਾ ਹੈ ਰਿਐਕਸ਼ਨ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿੰਨਾ ਐਕਸ਼ਨ ਜ਼ਿਆਦਾ ਕਰੋਗੇ ਉਹਨਾਂ ਰਿਐਕਸ਼ਨ ਵੀ ਸਾਡਾ ਜਿਹੜਾ ਹੈ ਉਹ ਜ਼ਿਆਦਾ ਆਏਗਾ। ਤੇ ਇਹ ਦੋਨੋਂ ਜਿਹੜੀਆਂ ਟਰਮਸ ਨੇ, ਐਕਸ਼ਨ ਤੇ ਰਿਐਕਸ਼ਨ, ਦੇ ਆਰ ਆਲਵੇਜ਼ ਇਕੁਅਲ। ਇੱਕ ਤੇ ਇਕੁਅਲ ਹੁੰਦੀਆਂ ਨੇ ਤੇ ਦੂਸਰਾ ਇਹ ਆਪੋਜਿਟ ਨੇ। ਵਾਟਰ ਪਿੱਛੇ ਨੂੰ ਅਸੀਂ ਧੱਕਿਆ ਸੀ, ਦੈਟ ਇਜ਼ ਦਾ ਐਕਸ਼ਨ, ਤੇ ਵਾਟਰ ਨੇ ਸਾਨੂੰ ਫਾਰਵਰਡ ਜਿਹੜਾ ਹੈ ਫੋਰਸ ਲਗਾ ਦਿੱਤੀ, ਦੈਟ ਇਜ਼ ਆਵਰ ਰਿਐਕਸ਼ਨ। ਜਿੰਨਾ ਐਕਸ਼ਨ ਹੋਏਗਾ ਓਨਾ ਹੀ ਸਾਨੂੰ ਜਿਹੜਾ ਹੈ ਰਿਐਕਸ਼ਨ ਮਿਲੇਗਾ। ਨਾਓ ਐਕਸ਼ਨ ਤੇ ਰਿਐਕਸ਼ਨ ਜਿਹੜੇ ਨੇ, ਦੇ ਆਲਵੇਜ਼ ਐਕਟ ਔਨ ਟੂ ਡਿਫਰੈਂਟ ਬੋਡੀਜ਼। ਇਹ ਸੇਮ ਬੋਡੀ ਦੇ ਉੱਪਰ ਨਹੀਂ ਹੁੰਦੇ। ਦੇ ਆਲਵੇਜ਼ ਐਕਟ ਔਨ ਟੂ ਡਿਫਰੈਂਟ ਬੋਡੀਜ਼। ਸਵੀਮਿੰਗ ਦੀ ਐਗਜ਼ਾਮਪਲ ਦੇ ਵਿੱਚ ਐਕਸ਼ਨ ਕਿਹਦੇ ਉੱਪਰ ਹੋ ਰਿਹਾ ਸੀਗਾ? ਵਾਟਰ ਦੇ ਉੱਪਰ। ਵਾਟਰ ਨੂੰ ਅਸੀਂ ਜਿਹੜਾ ਹੈ ਪਿਛਾਂਹ ਨੂੰ ਅਸੀਂ ਜਿਹੜਾ ਹੈ ਉਹ ਆਪਾਂ ਫੋਰਸ ਲਗਾ ਕੇ ਪਿਛਾਂਹ ਨੂੰ ਅਸੀਂ ਉਹਨੂੰ ਧੱਕਦੇ ਹਾਂ। ਤੇ ਰਿਐਕਸ਼ਨ ਕਿਹਨੂੰ ਮਿਲਿਆ? ਸਾਡੀ ਬਾਡੀ ਨੂੰ। ਤੇ ਅਸੀਂ ਜਿਹੜਾ ਹੈ ਫਾਰਵਰਡ ਜਿਹੜਾ ਹੈ ਉਹ ਮੂਵ ਕਰਦੇ ਹਾਂ। ਐਕਸ਼ਨ ਤੇ ਰਿਐਕਸ਼ਨ ਇਹਦੇ ਵਾਸਤੇ ਹਮੇਸ਼ਾ ਦੋ ਬਾਡੀਜ਼ ਹੋਣੀਆਂ ਜ਼ਰੂਰੀ ਨੇ। ਤੇ ਐਕਸ਼ਨ ਤੇ ਰਿਐਕਸ਼ਨ ਇੱਕ ਸਿੰਗਲ ਬਾਡੀ ਉੱਪਰ ਐਕਟ ਨਹੀਂ ਕਰਦੇ। ਦੇ ਆਲਵੇਜ਼ ਐਕਟ ਔਨ ਟੂ ਡਿਫਰੈਂਟ ਬਾਡੀਜ਼। ਫॉर ਐਗਜ਼ਾਮਪਲ, ਮੰਨ ਲਓ ਕਿ ਸਾਡੇ ਕੋਲ ਦੋ ਬਾਡੀਜ਼ ਨੇ, ਇੱਕ ਬਾਡੀ A ਹੈ, ਇੱਕ ਬਾਡੀ ਸਾਡੇ ਕੋਲ ਹੈਗੀ ਹੈ B। ਸਪੋਜ਼ these two bodies interact, ਦੋਨੋਂ ਆਪਸ ਵਿੱਚ ਜਿਹੜੀ ਹੈ ਇਹਨਾਂ ਦੀ ਟੱਕਰ ਹੋ ਗਈ। ਇੱਕ ਆਹ ਬਾਲ ਲਗਾ ਲਓ, ਇੱਕ ਦੂਸਰੀ ਬਾਲ ਹੈ, ਮੰਨ ਲਓ ਇਹਨਾਂ ਦੀ ਜਿਹੜੀ ਹੈ ਆਪਸ ਵਿੱਚ ਟੱਕਰ ਹੋ ਜਾਂਦੀ ਹੈ। ਦੈਨ ਜਦੋਂ ਟੱਕਰ ਹੋਏਗੀ, A ਬਾਡੀ ਨੇ B ਉੱਪਰ ਫੋਰਸ ਲਗਾਣੀ ਹੈ ਤੇ ਸਿਮਿਲਰਲੀ ਜਿਹੜੀ B ਬਾਡੀ ਹੈ ਉਹ A ਉੱਪਰ ਵੀ ਫੋਰਸ ਲਗਾਏਗੀ। ਨਾਓ ਇਨ ਦਿਸ ਡਾਇਗਰਾਮ what is FAB? ਫੋਰਸ ਐਕਟਿੰਗ ਔਨ A। ਜਿਹੜਾ ਲੈਟਰ ਪਹਿਲਾਂ ਲਿਖਿਆ ਹੈ ਉਹਦੇ ਉੱਪਰ ਫੋਰਸ ਲੱਗੇਗੀ। ਫੋਰਸ ਐਕਟਿੰਗ ਔਨ A due to B। force acting on A due to B. Now what is this? This is the force acting on B due to A. A ਨੇ B ਤੇ ਲਗਾਈ, B ਨੇ A ਦੇ ਉੱਪਰ ਜਿਹੜੀ ਹੈ ਉਹ ਫੋਰਸ ਲਗਾਤੀ। Now these two forces are equal. ਆ ਦੇਖੋ ਇਹਦੇ ਵਿੱਚ ਅਸੀਂ ਸਾਈਨ ਦਾ ਨਿਸ਼ਾਨ ਪਾਇਆ, ਕਿਹੜਾ ਇਕੁਅਲ ਦਾ ਸਾਈਨ ਪਾਤਾ। ਨਾਲ ਅਸੀਂ ਇਹਦੇ ਵਿੱਚ ਇੱਕ ਮਾਈਨਸ ਦਾ ਸਾਈਨ ਸ਼ੋ ਕੀਤਾ ਹੈ। ਮਾਈਨਸ ਦੇ ਸਾਈਨ ਦਾ ਮਤਲਬ ਹੈ ਕਿ these two forces are opposite to each other. ਜਿਹੜੀ B ਨੇ A ਤੇ ਲਗਾਈ ਇਸ ਡਾਇਰੈਕਸ਼ਨ 'ਚ, A ਨੇ B ਤੇ ਲਗਾ ਦਿੱਤੀ
ਉਹ ਆਪੋਜ਼ਿਟ ਡਾਇਰੈਕਸ਼ਨ 'ਚ, ਇਹ ਦੋਨੋਂ ਹੀ ਜਿਹੜੀਆਂ ਫੋਰਸਿਸ ਨੇ ਇਕੁਅਲ ਨੇ ਤੇ ਨਾਲੇ ਹੈਗੀਆਂ ਨੇ ਬੇਟਾ ਆਪੋਜ਼ਿਟ। ਇਸ ਕਰਕੇ ਅਸੀਂ ਲਿਖ ਸਕਦੇ ਹਾਂ ਕਿ FAB is equal to minus of FBA। ਧਿਆਨ ਰੱਖਣਾ ਹੈ ਜੇ ਵਿੱਚ ਮਾਈਨਸ ਪਾਣਾ ਹੈ ਤੇ ਉੱਤੇ ਤੁਸੀਂ ਵੈਕਟਰ ਜ਼ਰੂਰ ਪਾਣੇ ਆ, ਕਿਉਂਕਿ ਵੈਕਟਰ ਦਾ ਮਤਲਬ ਹੈ ਕਿ ਅਸੀਂ ਨਾਲ ਡਾਇਰੈਕਸ਼ਨ ਵੀ ਸ਼ੋ ਕਰ ਰਹੇ ਹਾਂ। ਤੇ ਜੇ ਤੁਸੀਂ ਇੱਥੇ ਵੈਕਟਰ ਨਹੀਂ ਪਾਉਂਦੇ ਫਿਰ ਇਹ ਤੁਸੀਂ ਮਾਈਨਸ ਦਾ ਸਾਈਨ ਨਹੀਂ ਪਾ ਸਕਦੇ, ਕਿਉਂਕਿ ਦੋਨਾਂ ਦਾ ਮੈਗਨੀਟਿਊਡ ਸੇਮ ਹੈ। ਤੇ ਐਰੋ ਪਾਉਣ ਦਾ ਮਤਲਬ ਹੈ ਕਿ ਇਹ ਮਾਈਨਸ ਦਾ ਮਤਲਬ ਤਾਂ ਆਏਗਾ ਕਿ ਇਹਨਾਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਆਪੋਜ਼ਿਟ ਹੋ ਜਾਏਗੀ। Now this is the force on A due to B is equal and opposite to the force on B due to A. Now few important points about Newton's third law of motion. Newton third law ਦੇ कुछ important points. Number 1, it is applicable irrespective of nature of forces. ਨਿਊਟਨ ਦਾ ਥਰਡ ਲਾਅ ਹਮੇਸ਼ਾ ਐਪਲੀਕੇਬਲ ਹੋਏਗਾ ਜਿਸ ਤਰ੍ਹਾਂ ਦੀ ਮਰਜ਼ੀ ਫੋਰਸ ਹੋਵੇ। ਕਹਿਣ ਦਾ ਮਤਲਬ ਭਾਵੇਂ ਸਾਡੀ ਮਕੈਨੀਕਲ ਫੋਰਸ ਹੈ, ਜਿਸ ਤਰ੍ਹਾਂ ਸਵੀਮਿੰਗ ਵਾਲੀ ਅਸੀਂ ਐਕਸ਼ਨ ਕਰਦੇ ਹਾਂ ਤੇ ਨਾਲ ਰਿਐਕਸ਼ਨ ਮਿਲਦਾ ਹੈ, ਭਾਵੇਂ ਗ੍ਰੈਵਿਟੇਸ਼ਨਲ ਫੋਰਸ ਹੈ, ਭਾਵੇਂ ਇਲੈਕਟ੍ਰੀਕਲ ਜਿਹੜੀ ਹੈ ਫੋਰਸ, ਹਮੇਸ਼ਾ ਹੀ ਨਿਊਟਨ ਦਾ ਥਰਡ ਲਾਅ ਐਪਲੀਕੇਬਲ ਹੋਏਗਾ। ਇਟ ਇਜ਼ ਇੰਡੀਪੈਂਡੈਂਟ ਟੂ ਦਾ ਨੇਚਰ ਆਫ ਦਾ ਫੋਰਸਿਸ। ਭਾਵੇਂ ਇਲੈਕਟ੍ਰੀਕਲ ਫੋਰਸ ਹੈ ਦੋ ਚਾਰजेस ਦੇ ਵਿੱਚ, ਉੱਥੇ ਵੀ ਨਿਊਟਨ ਲਾਅ ਐਪਲੀਕੇਬਲ। ਭਾਵੇਂ ਮਕੈਨੀਕਲ ਫੋਰਸ ਹੈ, ਭਾਵੇਂ ਗ੍ਰੈਵਿਟੇਸ਼ਨਲ ਫੋਰਸ ਹੈ, ਨਿਊਟਨ ਦਾ ਥਰਡ ਲਾਅ ਐਪਲੀਕੇਬਲ ਹੋਏਗਾ। ਨਾਓ ਸੈਕੰਡ ਪੁਆਇੰਟ, ਐਕਸ਼ਨ ਐਂਡ ਰਿਐਕਸ਼ਨ ਆਲਵੇਜ਼ ਐਕਟ ਔਨ ਟੂ different bodies। ਐਕਸ਼ਨ ਤੇ ਰਿਐਕਸ਼ਨ ਹਮੇਸ਼ਾ ਦੋ ਡਿਫਰੈਂਟ ਬੋਡੀਜ਼ ਉੱਪਰ ਹੀ ਐਕਟ ਕਰਨਗੇ। ਇਹ ਅਸੀਂ ਆਲਰੇਡੀ ਜਿਹੜਾ ਹੈ ਆਪਾਂ ਡਿਸਕਸ ਕਰ ਲਿਆ ਕਿ ਐਕਸ਼ਨ ਕਿਸੇ ਹੋਰ ਚੀਜ਼ ਦੇ ਉੱਤੇ ਹੋਏਗਾ ਤੇ ਰਿਐਕਸ਼ਨ ਕਿਸੇ ਹੋਰ ਉੱਪਰ ਹੋਏਗਾ। ਜੇ ਅਸੀਂ ਸਵੀਮਿੰਗ ਦੀ ਐਗਜ਼ਾਮਪਲ ਲੈਂਦੇ ਆ, ਐਕਸ਼ਨ ਵਾਟਰ ਉੱਪਰ ਤੇ ਰਿਐਕਸ਼ਨ ਸਾਡਾ ਜਿਹੜਾ ਹੈ ਉਹ ਸਾਡੀ ਬਾਡੀ ਉੱਪਰ ਹੋਏਗਾ। ਜੇ ਐਕਸ਼ਨ ਤੇ ਰਿਐਕਸ਼ਨ ਦੋ ਡਿਫਰੈਂਟ ਬੋਡੀਜ਼ ਉੱਪਰ ਨੇ, ਇਹਦਾ ਮਤਲਬ ਹੈ ਕਿ ਇਹ ਆਪਸ ਵਿੱਚ ਕਦੀ ਵੀ ਕੈਂਸਲ ਨਹੀਂ ਕਰ ਸਕਦੇ। ਐਕਸ਼ਨ ਤੇ ਰਿਐਕਸ਼ਨ ਦੇ ਕੈਨ ਨਾਟ ਕੈਂਸਲ ਈਚ ਅਦਰ। ਭਾਵੇਂ ਇਕੁਅਲ ਤੇ ਆਪੋਜ਼ਿਟ ਨੇ, ਪਰ ਇਹ ਇੱਕ ਦੂਸਰੇ ਦਾ ਇਫੈਕਟ ਕੈਂਸਲ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਦੇ ਆਲਵੇਜ਼ ਐਕਟ ਔਨ ਟੂ ਡਿਫਰੈਂਟ ਬੋਡੀਜ਼। ਜਿਵੇਂ ਇਹ 'ਚ ਇੱਕ ਰਿਐਕਸ਼ਨ ਮੰਨ ਲਓ, ਇੱਕ ਫੋਰਸ ਇਹਦੇ ਉੱਪਰ ਹੈ ਤੇ ਦੂਸਰੀ ਜਿਹੜੀ ਹੈ ਉਹ ਦੂਸਰੇ ਉੱਪਰ ਹੈ, ਇਸ ਕਰਕੇ ਜਿਹੜੀ ਹੈ ਇਹ ਆਪਣਾ ਇਫੈਕਟ ਕੈਂਸਲ ਨਹੀਂ ਕਰ ਸਕਦੇ। ਤੇ ਜੇ ਬਾਈ ਚਾਂਸ ਐਕਸ਼ਨ ਤੇ ਰਿਐਕਸ਼ਨ ਸੇਮ ਬਾਡੀ ਤੇ ਹੁੰਦੇ, ਫਿਰ ਇਹਨਾਂ ਦਾ ਜਿਹੜਾ ਇਫੈਕਟ ਜਿਹੜਾ ਹੈ ਉਹ ਕੈਂਸਲ ਹੋ ਜਾਣਾ ਸੀ ਤੇ ਕਦੀ ਵੀ ਸਾਡੀ ਜਿਹੜੀ ਹੈ ਐਕਸਲਰੇਟਿਡ ਮੋਸ਼ਨ ਪੋਸੀਬਲ ਹੀ ਨਹੀਂ ਹੋਣੀ ਸੀ। ਫੋਰ ਐਗਜ਼ਾਮਪਲ ਦੇਖੋ, ਮੰਨ ਲਓ ਵੀ ਇਹ ਸਾਡੇ ਕੋਲ ਇੱਕ ਬਲੌਕ ਹੈ, ਇੱਕ ਲੱਕੜ ਦਾ ਪੀਸ ਹੈ ਸਪੋਜ਼। ਜੇ ਇਹਦੇ ਉੱਪਰ ਮੈਂ ਇਧਰ ਨੂੰ ਫੋਰਸ ਲਗਾਣਾ ਹੈ 5 ਨਿਊਟਨ ਤੇ ਇਧਰ ਨੂੰ ਵੀ ਫੋਰਸ ਲਗਾਣਾ ਮੈਂ ਇੱਥੋਂ ਵੀ 5 ਨਿਊਟਨ, ਮਤਲਬ ਇੱਕ ਇੱਥੋਂ ਅਸੀਂ ਸਟਰਿੰਗ ਲਗਾ ਲਈ, ਰੱਸੀ ਪਾ ਲਈ, ਇੱਕ ਇੱਥੋਂ ਰੱਸੀ ਵੱਜ ਲਈ। ਮੈਂ ਇਧਰੋਂ ਖਿੱਚਦਾ, ਆਪਣੀ ਵੱਲੋਂ ਮੈਂ ਫੋਰਸ ਲਗਾਈ 5 ਨਿਊਟਨ, ਇੱਕ ਕੋਈ ਦੂਸਰਾ ਜਿਹੜਾ ਆਦਮੀ ਹੈ ਉਧਰੋਂ ਖਿੱਚਦਾ ਹੈ। ਤੇ ਜੇ ਸਾਡੀ ਦੋਨੋਂ ਫੋਰਸਿਸ ਇਕੁਅਲ ਨੇ, ਜਿੰਨੀ ਆਪਾਂ ਰਾਈਟ ਸਾਈਡ ਤੇ ਲਗਾਈ ਓਨੀ ਲੈਫਟ ਸਾਈਡ ਤੇ ਲਗਾਉਂਦੇ ਆ, ਤੇ ਫਿਰ ਕੀ ਹੋਏਗਾ, ਇਹ ਬਲੌਕ ਕਿੱਧਰ ਨੂੰ ਮੂਵ ਕਰੇਗਾ? ਬਲੌਕ ਜਿਹੜਾ ਹੈ ਹਮੇਸ਼ਾ ਰੈਸਟ ਵਿੱਚ ਰਹੇਗਾ, ਬਿਕੋਜ਼ ਜਿੰਨੀ ਫੋਰਸ ਇਧਰ ਨੂੰ ਹੈ ਓਨੀ ਉਧਰ ਹੈ ਤੇ ਇਹ ਇੱਕ ਦੂਸਰੇ ਦਾ ਇਫੈਕਟ ਜਿਹੜੀਆਂ ਨੇ ਉਹ ਕੈਂਸਲ ਕਰ ਦੇਣਗੀਆਂ। ਇਹਦਾ ਮਤਲਬ ਇਹ ਦੋਨੋਂ ਫੋਰਸਿਸ ਸਿੰਗਲ ਬਾਡੀ ਤੇ ਸੀ, ਇਸ ਕਰਕੇ ਇਹਦਾ ਇਫੈਕਟ ਕੈਂਸਲ ਹੋਇਆ। ਤੇ ਜੇ ਟੂ ਡਿਫਰੈਂਟ ਬੋਡੀਜ਼ ਸੇ ਹੁੰਦੀਆਂ ਤੇ ਕਦੀ ਵੀ ਇਹ ਬੈਲੈਂਸ ਆਪਸ ਵਿੱਚ ਨਹੀਂ ਕਰ ਸਕਦੀਆਂ। ਇਟ ਮੀਨਸ ਐਕਸ਼ਨ ਐਂਡ ਰਿਐਕਸ਼ਨ ਆਲਵੇਜ਼ ਐਕਟ ਔਨ ਟੂ ਡਿਫਰੈਂਟ ਬੋਡੀਜ਼। ਇਸ ਤੋਂ ਬਾਅਦ ਪੁਆਇੰਟ ਨੰਬਰ 3, force of reaction and reaction cannot cancel each other। ਇਹ ਅਸੀਂ ਡਿਸਕਸ ਕਰ ਲਿਆ ਕਿ ਫੋਰਸ ਆਫ ਰਿਐਕਸ਼ਨ ਤੇ ਐਕਸ਼ਨ ਇਹ ਕਦੀ ਵੀ
ਆਪਸ ਵਿੱਚ ਕੈਂਸਲ ਨਹੀਂ ਹੋ ਸਕਦੇ। ਵਾਈ ਦੇ ਕੈਨ ਨਾਟ ਕੈਂਸਲ ਈਚ ਅਦਰ? ਬਿਕੋਜ਼ ਦੇ ਆਲਵੇਜ਼ ਐਕਟ ਔਨ ਟੂ ਡਿਫਰੈਂਟ ਬੋਡੀਜ਼। ਇਹਦਾ ਆਨਸਰ ਇਹ ਲਿਖਿਆ ਹੋਇਆ ਹੈ। ਕੁਐਸਚਨ ਕੀ ਬਣ ਸਕਦਾ ਹੈ? ਫੋਰਸਿਸ ਆਫ ਰਿਐਕਸ਼ਨ ਐਂਡ ਰਿਐਕਸ਼ਨ can never cancel each other. Why? Because the action and reaction always act on two different bodies. Now next point एक और है, इथे मैं लिखा नहीं है। Without reaction action can never be possible. जे रिएक्शन ही नहीं है ते एक्शन कभी भी नहीं हो सकता। फॉर एग्जाम्पल मान लो कि साडे कोल एक वुडन दा एक ब्लॉक है। सपोज दिस इज ए वुडन ब्लॉक अनसपोर्टेड। अनसपोर्टेड का मतलब ਇਹਦੇ साइड ਤੇ कोई सपोर्ट नहीं है। फॉर एग्जाम्पल जे मैं ਇੱਥੇ ਲਗਾਣਾ ਹੈ ਤੇ ਇਹ ਸਾਡੀ ਜਿਹੜੀ ਆ ਸਪੋਰਟ ਮਿਲ ਗਈ ਇਹਨੂੰ ਤੇ ਮੈਂ ਥੱਲੇ ਇਸ ਤਰ੍ਹਾਂ ਰੱਖਿਆ, ਇਧਰਲੇ ਪਾਸੇ ਕੋਈ ਸਪੋਰਟ ਨਹੀਂ ਹੈ। ਸਪੋਜ਼ ਦਿਸ ਇਜ਼ ਅ ਨੇਲ। I want to drive the nail into this wooden block. मैं ਇਹਦੇ ਅੰਦਰ ਜਿਹੜਾ ਹੈ nail with the help of hammer ਇਹਦੇ ਅੰਦਰ ਜਿਹੜਾ ਭੇਜਣਾ ਚਾਹੁੰਦਾ ਹਾਂ। ਕੀ ਕਰਾਂਗੇ? ਅਸੀਂ nail ਨੂੰ hammer ਦੇ ਨਾਲ ਜਿਹੜਾ ਹੈ ਇਹਦੇ ਉੱਪਰ ਸਟ੍ਰਾਈਕ ਕਰਾਂਗੇ। ਨਾਓ ਇਧਰਲੇ ਪਾਸੇ ਦੇਖੋ ਕੋਈ ਸਪੋਰਟ ਨਹੀਂ ਹੈ। ਜਦੋਂ ਇਹਦੇ ਉੱਤੇ nail ਵੱਜੇਗਾ ਆ ਕੇ hammer ਦੇ ਨਾਲ, ਦੇਖੋ ਇਸ ਤਰ੍ਹਾਂ, ਫਿਰ ਕੀ ਹੋਏਗਾ? ਇਹ ਜਿਹੜਾ ਵੁਡਨ ਦਾ ਬਲੌਕ ਹੈ ਇਥੋਂ ਕੋਈ ਸਪੋਰਟ ਨਹੀਂ ਹੈ, ਇਟ ਵਿਲ ਮੂਵਸ ਫਾਰਵਰਡ। ਨੇਲ ਤੇ ਵੁਡਨ ਬਲੌਕ ਦੋਨੋਂ ਇਕੱਠੇ ਜਿਹੜੇ ਨੇ ਉਹ ਫਾਰਵਰਡ ਜਿਹੜੇ ਨੇ ਉਹ ਮੂਵ ਕਰ ਜਾਣਗੇ। ਤੇ ਇਹਦਾ ਮਤਲਬ ਹੈ ਜਦੋਂ ਫਾਰਵਰਡ ਮੂਵ ਕਰ ਜਾਣਗੇ ਤਾਂ ਸਾਡੇ ਕੋਲ ਜਿਹੜਾ ਹੈ ਕੋਈ ਪ੍ਰੋਪਰ ਐਕਸ਼ਨ ਨਹੀਂ ਹੈ। ਤੁਸੀਂ ਕੋਸ਼ਿਸ਼ ਕਰਨਾ ਤੇ ਕੋਸ਼ਿਸ਼ ਕਰਕੇ ਦੇਖੋ, ਕਦੀ ਵੀ ਨੇਲ ਇਹਦੇ ਅੰਦਰ ਐਂਟਰ ਨਹੀਂ ਕਰ ਸਕਦਾ। ਪਰ ਜੇਕਰ ਅਸੀਂ ਇਸ ਵੁਡਨ ਬਲੌਕ ਨੂੰ ਇੱਥੇ ਰੱਖ ਲਈਏ, ਇਸ ਤਰ੍ਹਾਂ ਮਗਰੋਂ ਸਪੋਰਟ ਦੇ ਦਈਏ ਤੇ ਫਿਰ ਅਸੀਂ ਇੱਥੋਂ ਨੇਲ ਨੂੰ ਹੈਮਰ ਦੇ ਮਦਦ ਦੇ ਨਾਲ ਆਪਾਂ ਇਹਨੂੰ ਸਟ੍ਰਾਈਕ ਕਰੀਏ, then you will see the nail will drive into the wooden block। ਜਾਂ ਤੇ ਵਾਲ ਦੇ ਅਕੋਰਡਿੰਗ ਕਰ ਲਓ ਜਾਂ ਇਹਨੂੰ ਥੱਲੇ ਫਲੋਰ ਉੱਪਰ ਜਿਹੜਾ ਆਪਾਂ ਰੱਖ ਲਾਂਗੇ ਤੇ ਉੱਤੋਂ ਠੋਕਾਂਗੇ, ਫਲੋਰ ਜਿਹੜੀ ਹੈ ਉਹ ਸਪੋਰਟ ਕਰੇਗੀ ਨੇਲ ਨੂੰ। ਇਹਦਾ ਮਤਲਬ ਜਦੋਂ ਮਗਰ ਸਪੋਰਟਡ ਐਂਡ ਹੋਏਗਾ ਉਥੋਂ ਸਾਨੂੰ ਜਿਹੜਾ ਹੈ ਰਿਐਕਸ਼ਨ ਮਿਲਦਾ ਹੈ, ਤੇ ਜੇ ਸਪੋਰਟਡ ਐਂਡ ਨਹੀਂ ਹੈ ਤੇ ਸਾਨੂੰ ਜਿਹੜਾ ਹੈ ਉਹ ਰਿਐਕਸ਼ਨ ਨਹੀਂ ਮਿਲਦਾ। ਇਹਦਾ ਮਤਲਬ ਵਿਦਆਊਟ ਰਿਐਕਸ਼ਨ ਜਿਹੜਾ ਐਕਸ਼ਨ ਜਿਹੜਾ ਹੈ it is never possible. Now these are the few points about Newton's third law of motion. Now come to next. Now there are some examples of the Newton's third law of motion. Now the first example of Newton's third law of motion is a book kept on the table. ਮੰਨ ਲਓ ਕਿ ਸਾਡੇ ਕੋਲ ਇੱਕ ਜਿਹੜੀ ਬੁੱਕ ਹੈ ਉਹ ਸਾਡੀ ਜਿਹੜੀ ਹੈ ਉਹ ਟੇਬਲ ਦੇ ਉੱਪਰ ਪਈ ਹੈ, ਲਾਈਕ ਦਿਸ। ਸਪੋਜ਼ ਦਿਸ ਇਜ਼ ਦਾ ਟੇਬਲ ਐਂਡ ਅ ਬੁੱਕ ਇਜ਼ ਲਾਈਂਗ ਔਨ ਦਾ ਟੇਬਲ। ਇੱਥੇ ਨਿਊਟਨ ਦਾ ਥਰਡ ਲਾਅ ਕਿਸ ਤਰ੍ਹਾਂ ਐਕਟ ਕਰਦਾ ਹੈ, ਆਓ ਇਹਦੇ ਬਾਰੇ ਅਸੀਂ ਦੇਖਦੇ ਹਾਂ। ਜਿਹੜੀ ਬੁੱਕ ਹੋਏਗੀ ਇਹਦਾ ਸਾਰਾ ਜਿਹੜਾ ਹੈ weight, it act vertically downward. The weight of the book is always acting vertically downward due to gravity. ਉਹ ਤੇ ਜਿਹੜਾ ਹੈ ਨੀਚੇ ਨੂੰ ਆਏਗਾ। ਇਹ ਸਾਰਾ weight ਬੁੱਕ ਦਾ ਕਿਹਦੇ ਉੱਪਰ ਪਿਆ ਹੈ? ਜਿਹੜਾ ਸਾਡਾ ਟੇਬਲ ਹੈ, ਟੇਬਲ ਦੇ ਉੱਪਰ ਜਿਹੜਾ ਹੈ ਸਾਰਾ ਇਹਨੇ weight ਪਾਤਾ ਤੇ ਟੇਬਲ ਨੇ ਬੁੱਕ ਨੂੰ ਜਿਹੜੀ ਹੈ ਸਪੋਰਟ ਦਿੱਤੀ ਹੋਈ ਹੈ। ਫੋਰ ਐਗਜ਼ਾਮਪਲ ਮੰਨ ਲਓ ਕਿ ਮੇਰੇ ਕੋਲ ਇੱਕ ਕੋਈ ਚੀਜ਼ ਹੈ, ਸਪੋਜ਼ ਦਿਸ ਇਜ਼ ਅ ਬੁੱਕ। ਇਹ ਜਿਹੜੀ ਬੁੱਕ ਹੈ ਮੈਂ ਆਪਣੇ ਹੱਥ ਤੇ ਰੱਖੀ, ਇਸ ਬੁੱਕ ਦਾ ਸਾਰਾ weight ਜਿਹੜਾ ਹੈ ਮੇਰੇ ਹੈਂਡ ਉੱਪਰ ਹੈ। It is acting vertically downward. ਤੇ ਇਹ ਬੁੱਕ ਥੱਲੇ ਕਿਉਂ ਨਹੀਂ ਡਿੱਗੀ? ਕਿਉਂਕਿ ਹਰ ਇੱਕ ਚੀਜ਼ weight ਕਰਕੇ ਥੱਲੇ ਡਿੱਗਦੀ ਹੈ, ਪਰ ਮੈਂ ਇਹਨੂੰ ਹੈਂਡ ਉੱਪਰ ਰੱਖਿਆ, ਕਿਉਂ ਨਹੀਂ ਡਿੱਗੀ? ਕਿਉਂਕਿ ਮੇਰੇ ਹੈਂਡ ਨੇ ਇਹਨੂੰ ਸਪੋਰਟ ਦਿੱਤੀ ਹੈ। ਕਹਿਣ ਦਾ ਮਤਲਬ ਰਿਐਕਸ਼ਨ ਦਿੱਤਾ ਹੈ।
किधर ਨੂੰ ਦਿੱਤਾ ਹੈ, ਮੈਂ ਇਹਨੂੰ ਪਕੜਨ ਵਾਸਤੇ ਫੋਰਸ ਉੱਪਰ ਨੂੰ ਲਗਾਈ ਹੈ, ਇਹਨੇ weight ਨੀਚੇ ਨੂੰ ਤੇ ਮੈਂ ਇਹਨੂੰ ਚੁੱਕਣ ਵਾਸਤੇ ਫੋਰਸ ਜਿਹੜੀ ਹੈ ਉੱਪਰ ਨੂੰ ਲਗਾ ਦਿੱਤੀ। ਨਾਓ ਜਿੰਨਾ ਇਹਨੇ ਮੇਰੇ ਹੈਂਡ ਉੱਪਰ ਐਕਸ਼ਨ ਕੀਤਾ ਉਹਨਾਂ ਹੀ ਜਿਹੜਾ ਹੈ ਮੈਂ ਇਹਨੂੰ ਜਿਹੜਾ ਹੈ ਰਿਐਕਸ਼ਨ ਦਿੱਤਾ। ਇਟ ਮੀਨਸ the reaction on the book will be R। ਇਹ ਸਾਡਾ ਜਿਹੜਾ ਹੈ ਰਿਐਕਸ਼ਨ is also a force, ਇਹ ਵੀ ਇੱਕ ਫੋਰਸ ਹੀ ਹੈ, ਐਕਸ਼ਨ ਕਰਕੇ ਸਾਡਾ ਜਿਹੜਾ ਰਿਐਕਸ਼ਨ ਆਇਆ। ਤੇ ਇੱਥੇ ਅਸੀਂ ਲਿਖ ਸਕਦੇ ਹਾਂ ਕਿ R is equal to minus of W। ਕਹਿਣ ਦਾ ਮਤਲਬ ਜਿੰਨਾ ਰਿਐਕਸ਼ਨ ਹੈ ਉਹਨਾਂ ਸਾਡਾ ਜਿਹੜਾ ਹੈ weight ਹੋਏਗਾ ਤੇ ਇਹ ਦੋਨੋਂ ਜਿਹੜੇ ਨੇ ਆਪਸ ਵਿੱਚ ਜਿਹੜੇ ਨੇ ਇਕੁਅਲ ਤੇ ਨਾਲ ਅਸੀਂ ਲਿਖ ਸਕਦੇ ਹਾਂ ਇਹਨਾਂ ਨੂੰ opposite। and we can also put the vector on them because we are showing here the direction। action and reaction both are equal and opposite। ਮੰਨ ਲਓ ਇਹ ਟੇਬਲ ਜਿਹੜਾ ਹੈ ਇੰਨਾ ਸਟਰੋਂਗ ਨਹੀਂ ਸੀ ਤੇ weight ਬੁੱਕ ਦਾ ਜ਼ਿਆਦਾ ਸੀ ਜਾਂ ਕੋਈ ਹੋਰ ਚੀਜ਼ ਅਸੀਂ ਟੇਬਲ ਦੇ ਉੱਪਰ ਰੱਖ ਦਿੱਤੀ ਹੈ ਤੇ ਕੀ ਹੋਏਗਾ, ਐਕਸ਼ਨ ਜ਼ਿਆਦਾ ਹੋ ਜਾਏਗਾ ਤੇ ਪ੍ਰੋਪਰ ਸਾਨੂੰ ਜਿਹੜਾ ਹੈ ਇਕੁਅਲ ਰਿਐਕਸ਼ਨ ਨਾ ਮਿਲਣ ਕਰਕੇ ਤੁਸੀਂ ਦੇਖਦੇ ਹੋ ਕਈ ਵਾਰ ਚੀਜ਼ ਉਹ ਟੁੱਟ ਜਾਂਦੀ ਹੈ। ਕਈ ਵਾਰ ਅਸੀਂ ਕੁਰਸੀ ਦੇ ਉੱਪਰ ਬੈਠੀਏ ਤੇ ਜੇ ਉਹਦੀਆਂ ਜਿਹੜੀਆਂ ਉਹ ਸਾਈਡ ਤੇ ਜਿਹੜੀ ਲੈਗਸ ਨੇ ਇੰਨੀਆਂ ਜ਼ਿਆਦਾ ਸਟਰੋਂਗ ਨਾ ਹੋਣ, ਤੁਸੀਂ ਦੇਖਿਆ ਕਈ ਵਾਰੀ ਉਹ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਦਾ ਕਾਰਨ ਬਿਕੋਜ਼ ਐਕਸ਼ਨ ਜਿਹੜਾ ਸੀ ਉਹ weight ਜ਼ਿਆਦਾ ਸੀ ਤੇ ਉਹਨੂੰ ਜਿਹੜਾ ਹੈ ਪ੍ਰੋਪਰ ਜਿਹੜਾ ਉਹਨੂੰ ਰਿਐਕਸ਼ਨ ਨਾ ਮਿਲਣ ਕਰਕੇ ਉਹ ਜਿਹੜੀ ਹੈ ਉਹ ਨੀਚੇ ਡਿੱਗ ਪੈਂਦੀ ਹੈ। ਨਾਓ ਇਟ ਇਜ਼ based on Newton third law of motion। Now second example is for lawn sprinkler। ਤੁਸੀਂ ਦੇਖਿਆ ਹੋਣਾ ਹੈ ਬਾਗ ਦੇ ਵਿੱਚ ਜਦੋਂ ਅਸੀਂ ਪਾਣੀ ਪਾਉਂਦੇ ਆ ਇੱਕ ਸਪ੍ਰਿੰਕਲਰ ਹੁੰਦਾ ਹੈ, ਉਹ ਘੁੰਮਦਾ ਨਾਲ ਪਾਣੀ ਦਿੰਦਾ ਤੇ ਨਾਲ ਜਿਹੜਾ ਹੈ ਉਹ ਸਾਰੇ ਪਾਸੇ ਜਿਹੜਾ ਆਪਣੇ ਆਪ ਹੀ ਰੋਟੇਟ ਹੁੰਦਾ ਰਹਿੰਦਾ ਹੈ। ਇਹਦੇ ਵਿੱਚ ਵੀ ਜਿਹੜਾ ਹੈ ਨਿਊਟਨ ਦਾ ਥਰਡ ਲਾਅ ਹੀ ਲੱਗਦਾ ਹੈ। ਆਹ ਦੇਖੋ ਇਹ ਡਿਫਰੈਂਟ ਪਾਈਪਸ ਨੇ ਸਪ੍ਰਿੰਕਲਰ ਦੀਆਂ ਜਿਹਦੇ ਵਿੱਚੋਂ ਵਾਟਰ ਜਿਹੜਾ ਹੈ ਉਹ ਬਾਹਰ ਆ ਰਿਹਾ। ਇਸ ਪਾਈਪ ਦੇ ਵਿੱਚੋਂ ਦੇਖੋ ਵਾਟਰ ਜਿਹੜਾ ਹੈ ਇਸ ਡਾਇਰੈਕਸ਼ਨ ਦੇ ਵਿੱਚ ਬਾਹਰ ਆ ਰਿਹਾ, ਇਸ ਤਰ੍ਹਾਂ ਪਾਣੀ ਨੇ ਵਿੱਚੋਂ ਬਾਹਰ ਨਿਕਲਣਾ। ਜਦੋਂ ਵਾਟਰ ਵਿੱਚੋਂ ਬਾਹਰ ਆਇਆ ਇਹ ਹੋ ਗਿਆ ਐਕਸ਼ਨ ਤੇ ਨਾਲ ਹੀ ਜਿਹੜਾ ਰਿਐਕਸ਼ਨ ਮਿਲਿਆ ਇਸ ਪਾਈਪ ਨੂੰ ਤੇ ਰਿਐਕਸ਼ਨ ਕਰਕੇ ਜਿਹੜੀ ਆਹ ਸਾਈਡ ਹੈ ਉਹ ਪਿਛਾਂਹ ਨੂੰ ਉਹਦੇ ਆਪੋਜ਼ਿਟ ਜਿਹੜੀ ਹੈ ਮੂਵ ਕਰਨ ਲੱਗ ਪੈਂਦੀ ਹੈ। ਇਹ ਸਾਡਾ ਐਕਸ਼ਨ ਤੇ ਐਂਡ ਰਿਐਕਸ਼ਨ ਵਿਲ ਬੀ ਇਨ ਦਾ ਆਪੋਜ਼ਿਟ ਡਾਇਰੈਕਸ਼ਨ। ਸਿਮਿਲਰਲੀ ਇਥੋਂ ਜਦੋਂ ਪਾਣੀ ਬਾਹਰ ਆਏਗਾ ਲਾਈਕ ਦਿਸ, ਪਾਣੀ ਤੇ ਇਧਰ ਨੂੰ ਆਇਆ ਤੇ ਨਾਲ ਹੀ ਜਿਹੜਾ ਇਹਨੂੰ ਰਿਐਕਸ਼ਨ ਮਿਲੇਗਾ ਪਾਈਪ ਨੂੰ ਤੇ ਇਹ ਬਿਲਕੁਲ ਆਪੋਜ਼ਿਟ ਮੂਵ ਕਰੇਗੀ। ਇਹਦਾ ਮਤਲਬ ਜਿਹੜਾ ਸਪ੍ਰਿੰਕਲਰ ਹੈ, ਜਿਹੜਾ ਲੌਨ ਸਪ੍ਰਿੰਕਲਰ, ਉਹ ਕਿੱਧਰ ਨੂੰ ਮੂਵ ਕਰਦਾ ਹੈ, ਜਿੱਧਰ ਨੂੰ ਪਾਣੀ ਨਿਕਲੇਗਾ ਉਹਦੇ ਅਗੇਂਸਟ ਜਿਹੜਾ ਹੈ ਉਹਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਿਹੜਾ ਇਹ ਮੂਵ ਕਰੇਗਾ ਡਿਊ ਟੂ ਨਿਊਟਨਸ ਥਰਡ ਲਾਅ ਆਫ ਮੋਸ਼ਨ। ਇਸ ਤੋਂ ਇਲਾਵਾ ਇੱਕ ਅਸੀਂ ਐਗਜ਼ਾਮਪਲ ਜੇ ਦੇਖਦੇ ਹਾਂ, ਸਾਡੇ ਕੋਲ ਸਵੀਮਿੰਗ ਵਾਲੀ ਅਸੀਂ ਆਲਰੇਡੀ ਜਿਹੜੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇੱਕ ਟਗ ਆਫ ਵਾਰ ਇੱਕ ਗੇਮ ਹੈ, ਤੁਸੀਂ ਦੇਖਿਆ ਹੋਏਗਾ ਰੱਸੇ ਵਾਲੀ ਗੇਮ। ਉਹਦੇ ਵਿੱਚ ਵੀ ਦੇਖਿਆ ਹੋਏਗਾ ਕਿ ਇੱਕ ਰੱਸਾ ਖਿੱਚਣ ਵਾਸਤੇ 20 ਬੰਦੇ ਇੱਧਰ ਖਲੋਤੇ, ਟੀਮ A, ਇੱਕ ਦੂਜੇ ਪਾਸੇ ਹੈਗੀ ਹੈ ਟੀਮ B। ਜਦੋਂ ਇਧਰੋਂ ਫੋਰਸ ਲਗਾਉਂਦੇ ਆ ਇਕੱਠੇ ਇੱਕ ਡਾਇਰੈਕਸ਼ਨ 'ਚ ਤੇ ਦੂਸਰੇ ਜਿਹੜੇ ਨੇ ਬਿਲਕੁਲ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਫੋਰਸ ਲਗਾਉਂਦੇ ਨੇ, ਇੱਕ ਨੂੰ ਅਸੀਂ ਐਕਸ਼ਨ ਮੰਨ ਸਕਦੇ ਹਾਂ ਤੇ ਦੂਸਰੇ ਨੂੰ ਅਸੀਂ ਜਿਹੜਾ ਹੈ ਉਹ ਰਿਐਕਸ਼ਨ ਜਿਹੜਾ ਹੈ ਅਸੀਂ ਉਹਨੂੰ ਮੰਨ ਸਕਦੇ ਹਾਂ। ਨਾਓ the third example is our walking। while walking we press the ground। ਜਦੋਂ ਅਸੀਂ ਤੁਰਦੇ ਹਾਂ ਤੇ ਸਾਡੀ ਵਾਕਿੰਗ ਦੇ ਵਿੱਚ ਵੀ ਨਿਊਟਨ ਦਾ ਜਿਹੜਾ ਹੈ ਥਰਡ ਲਾਅ ਐਕਟ ਕਰਦਾ ਹੈ। ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਅਸੀਂ ਵਾਕਿੰਗ ਕਰਦੇ ਹਾਂ ਤਾਂ ਅਸੀਂ ਇੱਕ ਲੈਗ ਦੇ ਨਾਲ, ਜਿਸ ਤਰ੍ਹਾਂ ਇਹ ਲੈਗ ਪਿੱਛੇ ਹੈ, ਇਸ ਲੈਗ ਦੇ ਨਾਲ ਕੀ ਕਰਦੇ ਹਾਂ ਅਸੀਂ ਗਰਾਊਂਡ ਨੂੰ ਪਿਛਾਂਹ ਨੂੰ ਸਲਾਂਟਿੰਗ ਜਿਹੜੀ ਹੈ ਇੱਕ ਫੋਰਸ ਲਗਾਉਂਦੇ ਆ। ਗਰਾਊਂਡ ਦੇ ਉੱਤੇ ਤੁਰ ਕੇ ਦੇਖਣਾ, ਇੱਕ ਜਿਹੜਾ ਪੈਰ ਤੁਹਾਡਾ ਪਿੱਛੇ ਹੈ ਜਿਹਨੇ ਉਹ ਪਿਛਲੇ ਪੈਰ ਨੇ ਜੋ ਤੁਹਾਡੇ ਅੱਗੇ ਆਣਾ ਹੈ ਤੇ ਉਹ ਦੇਖਣਾ ਪਿਛਾਂਹ ਨੂੰ ਜਿਹੜਾ ਹੈ ਉਹ ਗਰਾਊਂਡ ਨੂੰ ਪ੍ਰੈਸ ਕਰਦਾ ਹੈ। ਇੱਕ ਸਲਾਂਟਿੰਗ ਫੋਰਸ ਜਿਹੜੀ ਆਪਾਂ ਲਗਾਉਂਦੇ ਆ ਤੇ ਜਦੋਂ ਅਸੀਂ ਸਲਾਂਟਿੰਗ ਫੋਰਸ ਲਗਾਈ ਤੇ ਜਿਹੜੀ ਸਾਡੀ ਗਰਾਊਂਡ ਹੈ, ਗਰਾਊਂਡ ਵੀ ਸਾਨੂੰ ਜਿਹੜੇ ਹੈ ਰਿਐਕਸ਼ਨ ਦਿੰਦੀ ਹੈ। ਇਹ ਸਾਡਾ ਐਕਸ਼ਨ ਹੋ ਗਿਆ ਅਪਲਾਈਂਗ ਫੋਰਸ। ਇਹ ਪਿਛਾਂਹ ਨੂੰ ਲਗਾਈ,
ਨਾਲ ਹੀ ਸਾਡੀ ਗਰਾਊਂਡ ਨੇ ਇੱਕ ਸਾਨੂੰ ਜਿਹੜਾ ਹੈ ਉਹਦੇ ਆਪੋਜੀਟ ਸਾਨੂੰ ਦੇ ਦਿੱਤਾ ਰਿਐਕਸ਼ਨ, ਜਿਹਨੂੰ ਅਸੀਂ R ਦੇ ਨਾਲ ਲਿਖਿਆ। ਜਿੰਨੀ ਅਸੀਂ ਫੋਰਸ ਲਗਾਵਾਂਗੇ ਓਨਾ ਹੀ ਸਾਨੂੰ ਜਿਹੜਾ ਹੈ ਰਿਐਕਸ਼ਨ ਜਿਹੜਾ ਹੈ ਉਹ ਮਿਲੇਗਾ। ਨਾਓ this reaction can be resolved into two components। ਇਸ ਰਿਐਕਸ਼ਨ ਦੇ ਜਿਹੜੇ ਨੇ ਦੋ ਪਾਰਟਸ ਹੋ ਜਾਣਗੇ। ਐਸੀ ਆਲਰੇਡੀ ਡਿਸਕਸ ਕੀਤਾ ਕਿ ਰਿਐਕਸ਼ਨ ਵਿਲ ਬੀ it will be divided into two component। ਉਹ ਕਿਹੜੇ ਕੰਪੋਨੈਂਟਸ ਹੋਣਗੇ ਮੈਂ ਇੱਕ ਵਾਰੀ ਤੁਹਾਨੂੰ ਜਿਹੜਾ ਹੈ ਇਸ ਕੰਪੋਨੈਂਟਸ ਬਾਰੇ ਦੱਸ ਦੇਣਾ ਹੈ। ਧਿਆਨ ਰੱਖਣਾ ਹੈ, ਮੰਨ ਲਓ ਕਿ ਕੋਈ ਵੀ ਵੈਕਟਰ A ਹੈ, suppose we have any vector, मान लो कि फोर्स ही है। जे ए वाली फोर्स, suppose this is a force, it act on the body। जे आ फोर्स जड़ी है बॉडी ऊपर लगती है, then the body will move and come to this position। बॉडी जड़ी है इथों A पॉइंट तो suppose ओ बॉडी जड़ी है B पॉइंट ते चलेगी। इस फोर्स ने की कीता, ध्यान नाल देखना है, इस फोर्स करके बॉडी दी पोजीशन ते चेंज होई। ते ए भी जरा ध्यान नाल देखो, मान लो भी आ साडे कोल एक्स एक्सिस है, ए साडे कोल मान लो वाई एक्सिस है। बॉडी ए तो बी ते गई, एदा मतलब कि बॉडी ने एक्स वाले पासे भी डिस्टेंस कवर कीता, इधर भी मूव कीती है ते नाल ऊपर भी गई। ਇਹਦਾ ਮਤਲਬ ਜਦੋਂ ਬੋਡੀ ਉੱਪਰ ਅਸੀਂ ਸਲਾਂਟਿੰਗ ਫੋਰਸ ਲਗਾਉਂਦੇ ਆ ਤੇ ਬੋਡੀ ਉੱਪਰ ਇਸ ਫੋਰਸ ਦੇ ਦੋ ਇਫੈਕਟ ਪਏ ਨੇ। ਪਹਿਲਾ ਇਫੈਕਟ, ਇੱਕ ਤੇ ਬੋਡੀ ਨੂੰ ਉਹਨੇ ਐਕਸ ਐਕਸਿਸ ਵਾਲੇ ਪਾਸੇ ਵੀ ਖੜਿਆ ਤੇ ਇੱਕ ਉਹਨੇ ਉਹਨੂੰ ਉੱਪਰ ਵੀ ਖੜਿਆ, ਕਿਉਂਕਿ ਬੋਡੀ ਇੱਥੇ ਪਹੁੰਚੀ ਹੈ, ਉਹਨੇ ਐ ਨੂੰ ਵੀ ਕਵਰ ਕੀਤਾ ਤੇ ਉੱਪਰ ਨੂੰ ਵੀ ਕਵਰ ਕੀਤਾ। ਕਹਿਣ ਦਾ ਮਤਲਬ ਹੈ ਟੂ ਡਾਈਮੈਂਸ਼ਨਲ ਜਿਹੜੀ ਹੈ ਮੋਸ਼ਨ ਦੇ ਵਿੱਚ ਹੈ ਬੋਡੀ, ਜਿਹੜੀ ਹੈ ਪਲੇਨ ਦੇ ਵਿੱਚ ਹੈ ਮੂਵ ਕਰੇਗੀ। ਇਟ ਮੀਨਸ ਦਿਸ ਫੋਰਸ will have two component। ਇਸ ਫੋਰਸ ਦੇ ਦੋ ਹਿੱਸੇ ਨੇ, ਇੱਕ ਉਹਨੂੰ ਹੋਰੀਜ਼ੋਨਟਲ ਡਾਇਰੈਕਸ਼ਨ 'ਚ ਲੈ ਕੇ ਜਾ ਰਿਹਾ ਹੈ ਤੇ ਦੂਸਰਾ ਇਹਨੂੰ ਜਿਹੜਾ ਹੈ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਰਿਹਾ। ਨਾਓ ਅਸੀਂ ਉਹ ਕੰਪੋਨੈਂਟ ਕਿਵੇਂ ਲੱਭਦੇ ਹਾਂ? ਸਪੋਜ਼ ਦਿਸ ਇਜ਼ ਦਾ ਐਂਗਲ ਥੀਟਾ। ਮੰਨ ਲਓ ਕਿ ਇਸ ਫੋਰਸ ਨੇ ਗਰਾਊਂਡ ਦੇ ਨਾਲ ਐਂਗਲ ਜਿਹੜਾ ਬਣਾਇਆ ਹੈ ਉਹ ਥੀਟਾ, ਤੇ ਇਸ ਫੋਰਸ ਦਾ ਇਸ ਪਾਸੇ ਜਿਹੜਾ ਕੰਪੋਨੈਂਟ ਹੋਏਗਾ that is f cos theta। ਇਹ ਯਾਦ ਰੱਖੋ ਦੁਬਾਰਾ ਕਿ ਜਿਹੜੇ ਪਾਸੇ ਐਂਗਲ ਬਣੇਗਾ, ਇਧਰ ਮੈਂ ਐਂਗਲ ਨਹੀਂ ਸ਼ੋ ਕੀਤਾ, ਜਿਹੜੇ ਪਾਸੇ ਮੇਨ ਵੈਕਟਰ ਜਿਹੜਾ ਹੈ ਸਾਡਾ ਉਹ ਐਂਗਲ ਬਣਾਏਗਾ ਉਸ ਪਾਸੇ ਕੀ ਕਰਨਾ ਹੈ? cos theta ਲਗਾਣਾ ਹੈ, f cos theta। ਤੇ ਜਿਹੜਾ ਇਹ ਦੂਸਰਾ ਜਿਹੜਾ ਸਾਈਡ ਹੈ ਇਹਦੀ ਜਗ੍ਹਾ ਤੇ ਅਸੀਂ ਲਿਖਾਂਗੇ f sin theta। ਜਿਹੜੀ ਸਾਈਡ ਨਾਲ ਐਂਗਲ ਨਹੀਂ ਬਣਿਆ ਉਧਰ f sin θ, ਤੇ ਜਿਹੜੇ ਪਾਸੇ ਸਾਡੇ ਕੋਲ ਐਂਗਲ ਬਣੇਗਾ ਉਧਰ ਪਾਸੇ ਅਸੀਂ ਲਿਖਾਂਗੇ f cos θ। ਸਪੋਜ਼ ਇੱਥੇ ਐਂਗਲ ਮੈਂ θ ਲਿਖ ਦਿੰਦਾ, ਇੱਧਰ cos ਆ ਜਾਏਗਾ ਤੇ ਇੱਧਰਲੇ ਪਾਸੇ ਜਿਹੜਾ ਫਿਰ ਉਹ sin ਕੰਪੋਨੈਂਟ ਆ ਜਾਏਗਾ। ਨਾਓ ਬੋਡੀ ਨੂੰ ਇੱਧਰ ਲੈ ਕੇ ਜਾਣ ਵਾਲਾ ਕੌਣ? ਜਿਹੜੀ ਬੋਡੀ ਜਿਹੜੀ ਹੈ ਉਹਨੇ x ਵਾਲੇ ਪਾਸੇ ਵੀ ਡਿਸਟੈਂਸ ਕਵਰ ਕੀਤਾ ਹੈ, ਉਹ ਕਿਹਦੇ ਕਰਕੇ ਕੀਤਾ? f ਕਰਕੇ ਕੀਤਾ ਕਿ f sin θ ਕਰਕੇ ਕੀਤਾ ਕਿ f cos θ ਕਰਕੇ? the body will move along x axis due to this component। ਇਹਦੇ ਕਰਕੇ ਐ ਨੂੰ ਮੂਵ ਕੀਤੀ ਤੇ ਉੱਪਰ ਕਿਹਦੇ ਕਰਕੇ ਗਈ? due to f sin θ। ਉਹਦੇ ਕਰਕੇ ਜਿਹੜੀ ਹੈ ਉਹ ਉੱਪਰ ਨੂੰ ਜਿਹੜੀ ਹੈ ਬੋਡੀ ਉਹ ਮੂਵ ਕਰਦੀ ਹੈ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਰੈਜ਼ੋਲੂਸ਼ਨ ਕਰਨੀ ਆ ਗਈ। ਫਿਰ ਦੇਖੋ, ਮੰਨ ਲਓ ਕਿ ਆ ਇੱਕ ਵੈਕਟਰ ਹੈ, ਸਪੋਜ਼ ਇਟ ਇਜ਼ r ਵੈਕਟਰ। ਕੋਈ ਵੈਕਟਰ ਹੈ r, ਇਹ ਵੈਕਟਰ ਦੀ ਸਾਨੂੰ ਪਤਾ ਹੈ ਟੇਲ, ਇਹ ਵੈਕਟਰ ਦੀ ਜਿਹੜੀ ਹੈ ਸਾਡੀ ਟਿਪ ਹੈ। ਇਹਦੇ ਦੋ ਪਾਰਟਸ ਕਰਨੇ ਆ। ਸਭ ਨਾਲ ਪਹਿਲਾਂ ਜੀ ਟੇਲ ਤੇ ਜਾਓ। ਸਭ ਨਾਲ ਪਹਿਲਾਂ ਜਦੋਂ ਇਹਦੀ ਰੈਜ਼ੋਲੂਸ਼ਨ ਕਰਨੀ ਹੈ, ਇਹਨੂੰ ਦੋ ਪਾਰਟਸ ਵਿੱਚ ਦੋ ਕੰਪੋਨੈਂਟ ਚ ਡਿਵਾਈਡ ਕਰਨਾ ਹੈ। ਸਭ ਨਾਲ ਪਹਿਲਾਂ ਜੀ ਟੇਲ ਤੇ ਜਾਓ। ਟੇਲ ਤੋਂ ਦੋ ਪਰਪੈਂਡੀਕੂਲਰ ਲਾਈਨਸ ਜਿਹੜੀਆਂ ਨੇ ਤੁਸੀਂ ਡਰਾ ਕਰਨੀਆਂ ਨੇ। ਦੋ ਪਰਪੈਂਡੀਕੂਲਰ ਲਾਈਨਸ ਤੁਸੀਂ ਇੱਥੇ ਡਰਾ ਕਰ ਦੇਣੀਆਂ। ਉਸ ਤੋਂ ਬਾਅਦ ਇੱਕ ਪਾਸੇ ਤੁਸੀਂ ਕੋਈ ਨਾ ਕੋਈ ਐਂਗਲ ਦਿੱਤਾ, ਤੁਹਾਨੂੰ ਮੰਨ ਲਓ θ, ਕੋਈ 30 ਡਿਗਰੀ ਕੁਝ ਵੀ ਦਿੱਤਾ। ਜਿਹੜੇ ਸਾਈਡ ਤੇ ਐਂਗਲ ਦਿੱਤਾ ਹੈ ਉੱਥੇ ਆਏਗਾ r cos θ। ਧਿਆਨ ਰੱਖਣਾ ਹੈ ਜਿਹੜਾ ਵੈਕਟਰ ਹੈ ਉਹਦਾ ਮੈਗਨੀਟਿਊਡ ਇੱਥੇ ਲਗਾਣਾ ਹੈ। ਜੇ f ਸੀਗਾ ਤੇ f ਲਗਾਣਾ ਹੈ,
ਜੇ r ਹੈ ਤੇ r ਲਗਾਓਗੇ, ਜੇ v ਹੈ ਤੇ v ਲਗਾਓਗੇ, v r cos θ। ਤੇ ਇਧਰਲੇ ਪਾਸੇ ਜਿਹੜਾ ਹੈ ਸਾਡੇ ਕੋਲ ਕਿਹੜਾ ਆ ਜਾਏਗਾ, that will be our r sin θ। ਇਹ ਸਾਡੇ ਦੋ ਕੰਪੋਨੈਂਟਸ ਨੇ, ਇੱਕ ਜੇ ਕੋਈ ਚੀਜ਼ ਮੂਵ ਕਰੇਗੀ along this side ਇਹਦੇ ਕਰਕੇ, ਜੇ ਉੱਪਰ ਨੂੰ ਜਾਏਗੀ ਤੇ ਇਹ ਦੂਸਰੇ ਕੰਪੋਨੈਂਟ ਕਰਕੇ ਜਾਏਗੀ। ਜਾਣਾ ਕਿੱਥੇ, ਜਿਹੜਾ ਵੀ ਵੈਕਟਰ ਗਿਵਨ ਹੋਵੇ ਉਹਦੀ ਟੇਲ ਤੇ ਜਾ ਕੇ ਦੋ ਪਰਪੈਂਡੀਕੂਲਰ ਲਾਈਨਸ ਡਰਾ ਕਰਨੀਆਂ ਹੈ। ਇਸ ਤਰ੍ਹਾਂ ਲਾਈਨਸ ਨੂੰ ਡਰਾ ਕਰਨਾ ਹੈ ਕਿ ਜਿਹੜਾ ਆ ਵੈਕਟਰ ਮੇਨ ਉਹ ਇਹਨਾਂ ਦੋਨਾਂ ਦੇ ਵਿਚਕਾਰ ਆ ਜੇ, ਇਹ ਧਿਆਨ ਰੱਖਣਾ ਹੈ। ਨਾਓ ਇੱਕ ਹੋਰ ਐਗਜ਼ਾਮਪਲ ਦੇ ਨਾਲ ਅਸੀਂ ਦੇਖ ਲੈਂਦੇ ਹਾਂ। ਸਪੋਜ਼ ਹੇਅਰ ਇਜ਼ ਦਾ ਵੈਕਟਰ, ਸਾਡੇ ਕੋਲ ਆ a ਵੈਕਟਰ ਹੈ, ਮੰਨ ਲਓ x ਰਿਲੇਸ਼ਨ ਹੈ along this side, ਤੇ ਆ ਵੈਕਟਰ ਦੀ ਟੇਲ, ਇਹਦੇ ਦੋ ਪਾਰਟਸ ਕਰਨੇ ਆ, ਇੱਕ ਤੇ ਨੀਚੇ ਆਏਗਾ ਤੇ ਦੂਸਰਾ ਜਿਹੜਾ ਹੈ ਇਧਰ ਨਹੀਂ ਕਰਨਾ ਕਿਉਂਕਿ ਆ ਵੈਕਟਰ ਵਿੱਚ ਆਣਾ ਚਾਹੀਦਾ ਹੈ। ਦੂਸਰਾ ਪਾਰਟ ਸਾਡਾ ਜਿਹੜਾ ਹੈ ਵਿਲ ਬੀ along this side। ਹਾਂਜੀ ਕਲੀਅਰ। ਟੇਲ ਤੇ ਜਾ ਕੇ ਦੋ ਪਰਪੈਂਡੀਕੂਲਰਸ ਲਾਈਨਸ ਡਰਾ ਕਰਨੀਆਂ ਹੈ। ਇਸ ਤਰ੍ਹਾਂ ਡਰਾ ਕਰਨੀ ਹੈ ਕਿ ਆ ਜਿਹੜਾ ਵੈਕਟਰ ਹੈ ਇਹਨਾਂ ਦੋਨਾਂ ਦੇ ਇਨ ਬਿਟਵੀਨ ਹੋਣਾ ਚਾਹੀਦਾ ਹੈ। ਸਪੋਜ਼ ਹੇਅਰ ਇਜ਼ ਦਾ ਐਂਗਲ 30 ਡਿਗਰੀ, मान लो इधरले पासे एंगल 30 डिग्री गिवन है, ਇਹਦਾ ਮਤਲਬ ਇਸ ਪਾਸੇ ਕਿਹੜਾ ਕੰਪੋਨੈਂਟ ਹੋਏਗਾ, a cos 30, ਕਿਉਂਕਿ ਥੀਟਾ ਨਹੀਂ ਲਿਖਿਆ ਤੇ ਅਸੀਂ 30 ਲਿਖ ਦਾਂਗੇ। ਤੇ ਇਸ ਪਾਸੇ ਕਿਹੜਾ ਹੋਏਗਾ, a that will be our sin 30। ਹਾਂਜੀ ਬੇਟਾ ਕਲੀਅਰ। ਇਸ ਤਰ੍ਹਾਂ ਤੁਸੀਂ ਜਿਹੜੀ ਹੈ ਰੈਜ਼ੋਲੂਸ਼ਨ ਜਿਹੜੀ ਆਪਾਂ ਕਰ ਸਕਦੇ ਹਾਂ। ਨਾਓ what will happen here, ਜਦੋਂ ਅਸੀਂ ਲੈਗਸ ਦੇ ਨਾਲ ਇਹਨੂੰ ਅਸੀਂ ਪ੍ਰੈਸ ਕੀਤਾ, ਪਿੱਛੇ ਨੂੰ ਪ੍ਰੈਸ ਕੀਤਾ ਗਰਾਊਂਡ ਨੂੰ, then the ground gives us the reaction in the opposite direction। ਆ ਦੇਖੋ ਗਰਾਊਂਡ ਨੂੰ ਤੁਸੀਂ ਇਸ ਤਰ੍ਹਾਂ ਪ੍ਰੈਸ ਕੀਤਾ, ਨਾਲ ਹੀ ਗਰਾਊਂਡ ਨੇ ਸਾਨੂੰ ਜਿਹੜਾ ਹੈ ਇੱਕ ਰਿਐਕਸ਼ਨ ਦੇ ਦਿੱਤਾ। ਆ ਮੈਂ ਵੱਖਰੀ ਡਾਇਗਰਾਮ ਵਿੱਚ ਸ਼ੋ ਕੀਤਾ ਹੈ, this is our reaction। ਨਾਓ ਇਸ ਰਿਐਕਸ਼ਨ ਨੂੰ ਅਸੀਂ ਦੋ ਕੰਪੋਨੈਂਟ ਦੇ ਵਿੱਚ ਜਿਹੜਾ ਹੈ ਅਸੀਂ ਡਿਵਾਈਡ ਕਰ ਲਿਆ। ਕਿਸ ਤਰ੍ਹਾਂ ਡਿਵਾਈਡ ਕਰਾਂਗੇ, ਪਹਿਲਾਂ ਤੇ ਇਹਦੀ ਟੇਲ ਤੇ ਜਾਓ, ਟੇਲ ਤੇ ਪਹੁੰਚ ਗਏ, ਇਥੋਂ ਅਸੀਂ ਦੋ ਪਰਪੈਂਡੀਕੂਲਰਸ ਜਿਹੜੇ ਨੇ ਡਰਾ ਕੀਤੇ। ਇਸ ਤਰ੍ਹਾਂ ਡਰਾ ਕੀਤੇ ਨੇ, ਦੇਖੋ ਕਿ ਜਿਹੜਾ ਗਿਵਨ ਮੇਨ ਵੈਕਟਰ ਹੈ ਉਹ ਇਹਨਾਂ ਦੋਨਾਂ ਦੇ ਇਨ ਬਿਟਵੀਨ ਆ ਗਿਆ। ਇੱਥੇ ਤੁਸੀਂ ਆਰ ਵੈਕਟਰ ਵੀ ਲਿਖ ਸਕਦੇ ਹੋ, ਇਹ ਦੋਨਾਂ ਦੇ ਇਨ ਬਿਟਵੀਨ ਜਿਹੜਾ ਹੈ ਆ ਗਿਆ। ਨਾਓ suppose this reaction makes angle theta with ground, ਸਾਡੀ ਗਰਾਊਂਡ ਦੇ ਨਾਲ ਇਹਨੇ ਮੰਨ ਲਓ ਐਂਗਲ ਜਿਹੜਾ ਬਣਾਇਆ ਥੀਟਾ। ਇਹਦਾ ਮਤਲਬ ਜਿਹੜੇ ਪਾਸੇ ਐਂਗਲ ਗਿਵਨ ਹੋਵੇ ਉਧਰ ਅਸੀਂ ਕਿਹੜਾ ਕੰਪੋਨੈਂਟ ਲਗਾਣੇ ਆ, cos ਵਾਲਾ। ਇਹਦਾ ਮਤਲਬ ਇਸ ਸਾਈਡ ਤੇ ਕਿਹੜਾ ਆ ਗਿਆ, r cos θ। ਤੇ ਧਿਆਨ ਰੱਖਣਾ ਹੈ ਇੱਥੇ ਵੈਕਟਰ ਹੁੰਦਾ ਹੈ ਤੇ ਇੱਥੇ ਕਦੀ ਵੀ ਵੈਕਟਰ ਨਹੀਂ ਪਾਣਾ, ਕੰਪੋਨੈਂਟ ਜਿਹੜਾ ਹੈ ਉਹ ਸਕੇਲਰ ਕੁਆਂਟੀਟੀ ਹੈ। ਨਾਓ ਹੇਅਰ ਇਜ਼ r cos θ, ਤੇ ਦੂਜੇ ਪਾਸੇ ਜਿਹੜਾ ਇਹਦੇ ਬਿਲਕੁਲ ਪਰਪੈਂਡੀਕੂਲਰ ਕਿਹੜਾ ਆ ਜਾਏਗਾ ਸਾਡੇ ਕੋਲ, r sin θ। ਨਾਓ ਪਲੀਜ਼ ਟੈਲ, ਜਦੋਂ ਅਸੀਂ ਪਿੱਛੇ ਨੂੰ ਅਸੀਂ ਪ੍ਰੈਸ ਕੀਤਾ ਤੇ ਅਸੀਂ ਅੱਗੇ ਨੂੰ ਗਏ, ਇਹਦਾ ਮਤਲਬ ਹੈ ਕਿ ਸਾਨੂੰ ਫਾਰਵਰਡ ਫੋਰਸ ਮਿਲੀ, ਅਸੀਂ ਐਕਸ਼ਨ ਕੀਤਾ, ਸਾਨੂੰ ਰਿਐਕਸ਼ਨ ਮਿਲਿਆ, ਅਸੀਂ ਅੱਗੇ ਗਏ। ਇਹਨਾਂ ਵਿੱਚੋਂ ਕਿਹੜਾ, ਤਿੰਨਾਂ ਵਿੱਚੋਂ ਕੌਣ ਰਿਸਪੌਂਸਿਬਲ ਹੈ ਫਾਰਵਰਡ ਮੋਸ਼ਨ ਵਾਸਤੇ, and you can see the r cos θ component is responsible for the forward motion of the man। ਸਾਡੀ ਜਿਹੜੀ ਫਾਰਵਰਡ ਮੋਸ਼ਨ ਹੈ ਉਹ r cos θ ਕੰਪੋਨੈਂਟ ਕਰਕੇ ਹੁੰਦੀ ਹੈ। now what is the role of that component, it will balance our weight, ਕਿਉਂਕਿ ਸਾਡਾ ਜਿਹੜਾ weight ਹੋਏਗਾ ਉਹ vertically ਕਿੱਧਰ ਹੈ, downward, ਇਹ ਸਾਡੇ weight ਨੂੰ ਬੈਲੈਂਸ ਕਰੇਗਾ। and that r cos θ component ਜਿਹੜਾ ਹੈ it will gives us a forward force and which helps us to walk। ਇਹਦਾ ਮਤਲਬ ਵਾਕਿੰਗ ਦੇ ਵਿੱਚ ਵੀ ਜਿਹੜਾ ਨਿਊਟਨ ਦਾ ਥਰਡ ਲਾਅ ਐਪਲੀਕੇਬਲ ਹੈ। now it is also very difficult to walk on sand। ਰੇਤਾ ਦੇ ਉੱਤੇ ਤੁਰਨਾ ਕਿਉਂ ਔਖਾ ਹੈ, ਜਾਂ ਸਲਿਪਰੀ ਹੋਵੇ ਥੱਲੇ, ਕੋਈ ਤੇਲ ਡੁੱਲਾ ਹੈ ਜਾਂ ਪਾਣੀ ਡੁੱਲਾ ਹੈ ਫਲੋਰ ਦੇ ਉੱਪਰ, ਉਦੋਂ ਜਦੋਂ ਸਲਿਪਰੀ ਹੁੰਦੀ ਹੈ ਉਦੋਂ ਵੀ ਸਾਡੀ ਜਿਹੜੀ ਵਾਕਿੰਗ ਥੋੜੀ ਡਿਫਿਕਲਟ ਹੁੰਦੀ ਹੈ, ਸਾਨੂੰ ਡਰ ਲੱਗਦਾ ਤੁਰਨ ਵੇਲੇ, ਕਈ ਵਾਰੀ ਅਸੀਂ ਸਲਿਪ ਵੀ ਹੋ ਜਾਂਦੇ ਹਾਂ। ਕਾਰਨ ਜਦੋਂ ਅਸੀਂ ਸਲਿਪਰੀ ਰੋਡ ਉੱਪਰ ਜਦੋਂ ਅਸੀਂ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਪੈਰ ਦੇ ਨਾਲ ਜਿਹੜੀ ਬੈਕਵਰਡ ਸਲਾਂਟਿੰਗ ਫੋਰਸ ਐਕਸ਼ਨ ਜਿਹੜਾ ਹੈ ਸਾਡਾ ਪ੍ਰੋਪਰ ਨਹੀਂ ਹੋ ਪਾਉਂਦਾ, ਤੇ ਜੋ ਐਕਸ਼ਨ ਹੀ ਨਹੀਂ ਪ੍ਰੋਪਰ ਹੋ ਪਾਏਗਾ ਤਾਂ ਸਾਨੂੰ ਪ੍ਰੋਪਰ ਰਿਐਕਸ਼ਨ ਨਹੀਂ ਮਿਲਦਾ, ਤੇ ਜੇ ਰਿਐਕਸ਼ਨ ਨਹੀਂ ਮਿਲੇਗਾ ਤੇ ਸਾਨੂੰ r cos θ ਕੰਪੋਨੈਂਟ ਨਹੀਂ ਮਿਲਦਾ, ਉਹਦੇ ਕਰਕੇ ਅਸੀਂ ਫਾਰਵਰਡ ਨਹੀਂ ਜਾ ਪਾਉਂਦੇ।
ਤੇ ਨਾਲੇ ਇਹ ਕੰਪੋਨੈਂਟ ਨੇ ਸਾਡੇ weight ਨੂੰ ਜਿਹੜਾ ਹੈ ਬੈਲੈਂਸ ਕਰਨਾ ਹੁੰਦਾ ਹੈ। ਇਟ ਮੀਨ ਸਲਿਪਰੀ ਰੋਡ ਉੱਪਰ ਤੇ ਸੈਂਡ ਉੱਪਰ, ਤੇ ਸੈਂਡ ਵਾਲਾ ਕਿਹੜਾ ਕੇਸ ਹੈ, ਜਦੋਂ ਅਸੀਂ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਸੈਂਡ ਨੂੰ ਤੇ ਸਾਡਾ ਪੈਰ ਉਹਦੇ ਅੰਦਰ ਜਿਹੜਾ ਹੈ ਉਹ ਧੱਸ ਜਾਂਦਾ ਹੈ, ਉਹਦੇ ਕਰਕੇ ਜਿਹੜਾ ਹੈ ਉਹ ਸੈਂਡ ਜਿਹੜੀ ਉਹ ਯੀਲਡ ਕਰ ਜਾਂਦੀ, ਸਾਈਡ ਤੇ ਹੋ ਜਾਂਦੀ ਹੈ ਤੇ ਸਾਡਾ ਪ੍ਰੋਪਰ ਐਕਸ਼ਨ ਨਹੀਂ ਹੋ ਪਾਉਂਦਾ, ਇਸ ਕਰਕੇ ਸਾਨੂੰ ਪ੍ਰੋਪਰ ਜਿਹੜਾ ਹੈ ਉਹ ਰਿਐਕਸ਼ਨ ਨਹੀਂ ਮਿਲਦਾ। ਆਈ ਥਿੰਕ ਕਿ ਤੁਹਾਨੂੰ ਜਿਹੜਾ ਅੱਜ ਦਾ ਜਿਹੜਾ ਟੌਪਿਕ ਹੈ ਨਿਊਟਨ ਥਰਡ ਲਾਅ ਚੰਗੇ ਤਰੀਕੇ ਨਾਲ ਕੰਪਲੀਟ ਜਿਹੜਾ ਹੈ ਉਹ ਕਲੀਅਰ ਹੋ ਗਿਆ ਹੋਏਗਾ। ਤੇ ਇਸ ਚੀਜ਼ ਨੂੰ ਧਿਆਨ ਦੇਣਾ ਹੈ ਜਿਹੜੀ ਮੈਂ ਇੱਥੇ ਕਰਵਾਈ ਹੈ ਰੈਕਟੈਂਗੂਲਰ ਰੈਜ਼ੋਲੂਸ਼ਨ, ਮਤਲਬ ਇੱਕ ਵੈਕਟਰ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਤੇ ਦੋਨੋਂ ਪਾਰਟਸ ਇੱਕ ਦੂਜੇ ਦੇ ਪਰਪੈਂਡੀਕੂਲਰ। ਇਹਨੂੰ ਯਾਦ ਰੱਖਣਾ ਜ਼ਰੂਰੀ ਹੈ ਕਿ ਜਿਹੜੇ ਪਾਸੇ ਐਂਗਲ ਬਣੇ ਉਸ ਪਾਸੇ cos ਵਾਲਾ ਕੰਪੋਨੈਂਟ ਤੇ ਉਹਦੇ ਬਿਲਕੁਲ ਪਰਪੈਂਡੀਕੂਲਰ ਜਿਹੜਾ ਹੁੰਦਾ ਹੈ ਉਹ ਸਾਡਾ ਸਾਈਨ ਵਾਲਾ ਕੰਪੋਨੈਂਟ ਹੁੰਦਾ ਹੈ। ਨਾਓ ਨੈਕਸਟ ਜਿਹੜਾ ਲੈਕਚਰ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜਾ ਨਿਊਟਨ ਦੇ ਜਿਹੜੇ 3 ਲਾਜ਼ ਨੇ, ਇਹਨਾਂ ਤਿੰਨਾਂ ਲਾਜ਼ ਦੇ ਵਿੱਚੋਂ ਜਿਹੜਾ ਨਿਊਟਨ ਦਾ ਸੈਕੰਡ ਲਾਅ ਹੈ, ਇਟ ਇਜ਼ ਦਾ ਮੇਨ ਲਾਅ, ਇਟ ਇਜ਼ ਦਾ ਰੀਅਲ ਲਾਅ ਆਫ ਮੋਸ਼ਨ। ਇਹਨੂੰ ਅਸੀਂ ਜਿਹੜਾ ਹੈ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।